Subscribe to Crossover Media and press the bell icon to never miss a video again. साथ संगत जी फतेह प्रवान करो। वाहिगुरु जी का खालसा वाहिगुरु जी की फतेह। ਆਪਾਂ ਅੱਜ ਜਿਹੜੀ ਲੜਾਈ ਨੂੰ ਲੜ ਰਹੇ ਹਾਂ, ਜੇਕਰ ਇਸ ਲੜਾਈ ਨੂੰ ਸਮਝਣਾ ਹੋਵੇ, ਇੱਥੇ ਜਦੋਂ ਮੈਂ ਆਇਆ ਹੈ ਮਗਰਲੇ ਪਾਸੇ ਮੁੰਡੇ ਸੀਗੇ ਪੱਤਰਕਾਰ ਆਪਣੇ, ਕਾਫੀ ਸਵਾਲ ਹੋਏ ਉਹਨਾਂ ਨੇ ਕੀਤੇ। ਉਹਨਾਂ ਨੇ ਮੇਰੇ ਤੇ ਇੱਕ ਸਵਾਲ ਕੀਤਾ, ਕਹਿੰਦੇ ਜੀ ਤੁਸੀਂ ਤਾਂ ਕਿਸਾਨ ਜਥੇਬੰਦੀ ਵਾਲੇ ਹੋ, ਅੱਜ ਦੇ ਅੰਦੋਲਨ ਨੂੰ ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਦੋਸਤੋ, ਹਕੀਕਤ ਨੂੰ ਅਗਰ ਸਮਝਣ ਦੀ ਅਸੀਂ ਰਤੀ ਭਰ ਵੀ ਕੋਸ਼ਿਸ਼ ਕਰ ਲਈਏ ਤਾਂ ਗੱਲ ਇਹਦੇ ਵਿੱਚ ਵੀ ਉਹੀ ਹੈ। ਆ ਕੋਈ ਇਹਨੂੰ ਐ ਨਾ ਮੰਨ ਕੇ ਬੈਠ ਜੀਏ ਕਿ ਇਹ ਕੋਈ ਧਾਰਮਿਕ ਲੜਾਈ ਹੈ। नो, धार्मिक लड़ाई नहीं है। असल लड़ाई ਨੂੰ ਜਦੋਂ ਤੁਸੀਂ ਬਰੀਕੀ 'ਚ ਸਮਝੋਗੇ ਤਾਂ ਕਾਫੀ ਗੱਲਾਂ ਪਿਕਚਰ ਤੁਹਾਡੇ ਸਾਹਮਣੇ ਆਊਗੀ, ਬਹੁਤ ਕੁਝ। ਦੇਸ਼ ਆਜ਼ਾਦ ਹੋਇਆ ਆਪਣਾ, ਨੋਟ ਕਰਿਓ, ਦੋ ਖਿੱਤੇ ਵੰਡੇ ਗਏ। ਇੱਕ ਆ ਜਿੱਥੇ ਤੁਸੀਂ ਬੈਠੇ ਹੋ ਪੰਜਾਬ, ਤੇ ਦੂਸਰਾ ਬੰਗਾਲ 'ਚ ਜਾ ਕੇ। ਇਹ ਦੋ ਖਿੱਤੇ ਕਿਉਂ ਵੰਡੇ ਗਏ ਸੀ ਭਲਾ? ਇਹ ਇਸ ਕਰਕੇ ਵੰਡੇ ਗਏ ਸੀ ਕਿ ਤੁਸੀਂ ਆਜ਼ਾਦੀ ਦੀ ਲੜਾਈ ਲੜਨ ਵਾਲੇ ਲੋਕ ਇਸ ਖਿੱਤੇ 'ਚ ਬੈਠੇ ਹੋ, ਇਸ ਕਰਕੇ ਇਸ ਖਿੱਤੇ ਨੂੰ ਕਮਜ਼ੋਰ ਕਰ ਦਿਓ। ਅੱਧਾ ਖਿੱਤਾ ਪਾਕਿਸਤਾਨ ਨੂੰ ਦੇ ਦਿਓ, ਇਹ ਆਪਸ ਵਿੱਚ ਇੱਕ ਦੂਜੇ ਦੇ ਨਾਲ ਰਲ ਨਾ ਜਾਣ, ਇੱਕ ਦੂਜੇ ਦੇ ਦੁਸ਼ਮਣ ਬਣ ਜਾਣ। ਇਹ ਸੀ ਗੱਲ ਇਹਦੇ 'ਚ। ਆਪਣੇ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਅਗਰ ਕੋਈ ਕੁਰਬਾਨੀਆਂ 'ਚ ਆਇਆ ਹੈ ਤਾਂ ਉਹ ਬੰਗਾਲ ਆਇਆ ਸੀ, ਇਸੇ ਕਰਕੇ ਬੰਗਾਲ ਨੂੰ ਵੰਡਿਆ। ਇੱਥੇ ਹੀ ਨਹੀਂ ਗੱਲ ਮੁੱਕੀ, ਇਹ ਤੋਂ ਅੱਗੇ ਚੱਲਿਓ। ਜਿਹੜਾ ਪੰਜਾਬ ਸੀ ਵੱਡਾ ਪੰਜਾਬ, ਉਸ ਪੰਜਾਬ ਨੂੰ ਕਿੰਨੇ ਹਿੱਸਿਆਂ 'ਚ ਵੰਡਤਾ? ਇਹਦੀ ਹੋਰ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਦੋ ਘਰਾਣਿਆਂ ਨੇ ਰਾਜਨੀਤੀ ਦੇ ਉੱਤੇ ਕਾਬਜ਼ ਰਹਿਣ ਲਈ SYL ਦਾ ਮੁੱਦਾ ਉਠਾਇਆ। ਮੈਂ ਅੱਜ ਭਰੀ ਸਭਾ 'ਚ ਇੱਕ ਗੱਲ ਦੱਸਣੀ ਚਾਹਣਾ, SYL ਦਾ ਮੁੱਦਾ ਉੱਠ ਹੀ ਨਹੀਂ ਸਕਦਾ ਸੀ ਅਗਰ ਸਾਡੇ ਰਾਜਨੇਤਾਵਾਂ ਦੇ ਵਿੱਚ ਇਮਾਨਦਾਰੀ ਹੁੰਦੀ। ਪਾਣੀ ਦਾ ਮੁੱਦਾ ਸੀ, ਹਰਿਆਣੇ ਨੂੰ ਪਾਣੀ ਦੇਣਾ ਸੀ, ਠੀਕ ਹੈ, ਦੇਣਾ ਬਣਦਾ ਸੀ। ਸ਼ਾਰਦਾ ਜਮਨਾ ਲਿੰਕ ਚੈਨਲ ਦੀ ਸ਼ਾਇਦ ਤੁਹਾਡੇ ਤੋਂ ਬਹੁਤ ਸਾਰਿਆਂ ਨੇ ਗੱਲ ਸੁਣੀ ਹੋਵੇ ਜਾਂ ਨਾ ਸੁਣੀ ਹੋਵੇ, ਸੁਣ ਲਿਓ। ਸ਼ਾਰਦਾ ਜਮਨਾ ਲਿੰਕ ਚੈਨਲ ਤੇ ਕੰਮ ਹੋਈ ਜਾਂਦਾ ਸੀ, ਉਹ ਬਣਨੀ ਸੀ, ਉਹਦਾ ਪਾਣੀ ਆ ਕੇ ਯਮੁਨਾ 'ਚ ਡਿੱਗਣਾ ਸੀ ਤੇ ਹਰਿਆਣੇ ਨੂੰ ਤੇ ਰਾਜਸਥਾਨ ਦੇ ਵੱਡੇ ਖਿੱਤੇ ਨੂੰ ਪਾਣੀ ਮਿਲਣਾ ਸੀ ਤੇ ਪੰਜਾਬ ਦੇ 3 ਜ਼ਿਲ੍ਹੇ ਉਹਦੇ ਨਾਲ ਸਿੰਜੇ ਜਾਣੇ ਸੀ। ਉਹ ਪ੍ਰੋਜੈਕਟ ਰੋਕਿਆ, ਆ ਪ੍ਰੋਜੈਕਟ ਸ਼ੁਰੂ ਕਰਾਇਆ। ਕਿਉਂ ਕਰਾਇਆ? ਤਾਂ ਕਿ ਇਹ ਜਿਹੜੇ ਲੋਕ ਅੰਦੋਲਨਕਾਰੀ ਨੇ, ਗੱਲ ਇੱਥੇ ਨੋਟ ਰੱਖਿਓ, ਇਹ ਜਿਹੜਾ ਅੰਦੋਲਨਕਾਰੀਆਂ ਦਾ ਖਿੱਤਾ ਹੈ, ਇਹ ਜਿਹੜਾ ਅੰਦੋਲਨਕਾਰੀਆਂ ਦਾ ਘਰ ਹੈ, ਇਹਨੂੰ ਆਪਸ ਵਿੱਚ ਇੰਨਾ ਲੜਾ ਦਿਓ ਕਿ ਇਹ ਕਦੇ ਅੰਦੋਲਨਕਾਰੀ ਇਕੱਠੇ ਨਾ ਹੋ ਜਾਣ। ਇਹ ਸਾਜ਼ਿਸ਼ ਸੀ। ਸਾਨੂੰ ਵੰਡਿਆ ਗਿਆ, ਤਰ੍ਹਾਂ ਨਾਲ ਵੰਡਿਆ ਗਿਆ। ਅਗਲੀ ਗੱਲ, ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਿੱਖ ਇਤਿਹਾਸ ਦੀ ਜਿਹੜੀ ਗੱਲ ਆ ਰਹੀ ਹੈ, ਇਹਨੂੰ ਕਿਵੇਂ ਦੇਖਦੇ ਹੋ? ਦੋਸਤੋ, ਆਹ ਖਿੱਤਾ ਜਿਹੜਾ ਹਰਿਆਣਾ ਤੇ ਪੰਜਾਬ, ਇਹ ਉਹ ਖਿੱਤਾ ਹੈ ਜਿੱਥੇ 92% ਕੁਰਬਾਨੀਆਂ ਦੇਣ ਵਾਲੇ ਲੋਕ ਵਸਦੇ ਆ। ਇਹਨੂੰ ਕਿਵੇਂ ਕਮਜ਼ੋਰ ਕੀਤਾ ਜਾ ਸਕਦਾ ਹੈ? ਤਾਂ ਇਤਿਹਾਸ ਦੀ ਇੱਕ ਪਹਿਰਾ ਪੜ੍ਹ ਲਿਓ। ਜਿਸ ਵੇਲੇ ਵਰਲਡ ਦੇ ਅੰਦਰ ਬਹਾਦਰ ਜਰਨੈਲਾਂ ਦੀ
ਪੌਣ ਛਾਣ ਹੋਣ ਲੱਗੀ ਤਾਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਤੁਹਾਡਾ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਕਿਉਂ ਆਇਆ ਭਲਾ? ਪਹਿਲੇ ਨੰਬਰ ਤੇ ਕਿਉਂ ਆਇਆ? ਉਹ ਇਸ ਕਰਕੇ ਆਇਆ ਸੀ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਇਹ ਗੱਲ ਕਹੀ ਸੀ ਕਿ ਬੀਬਾ ਮਾਤਾ ਜੀ, ਅਗਰ ਤੁਹਾਨੂੰ ਇਹ ਹੈ ਕਿ ਤੁਹਾਨੂੰ ਮੇਰੇ ਵਰਗਾ ਪੁੱਤ ਚਾਹੀਦਾ ਹੈ ਤਾਂ ਤੁਸੀਂ ਮੇਰੇ ਮਾਤਾ ਜੀ ਹੋਏ, ਮੈਂ ਤੁਹਾਡਾ ਬੇਟਾ। ਹੈਰਾਨੀਜਨਕ ਗੱਲ, ਇੱਕ ਨੌਜਵਾਨ ਜਰਨੈਲ ਔਰ ਇੱਕ ਨੌਜਵਾਨ ਬੀਬੀ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਮੇਰੇ ਮਾਤਾ ਹੋਏ। ਇਹ ਕਿੱਥੋਂ ਆਈ ਗੱਲ? ਇਹ ਰੜਕਣ ਵਾਲੀ ਗੱਲ ਆ ਪਿਆਰਿਓ। ਇਹ ਗੱਲ ਕਿੱਥੋਂ ਆਈ? ਤਾਂ ਫਿਰ ਖੋਜ ਹੋਰ ਨਵੀਂ ਸ਼ੁਰੂ ਹੋਈ। ਤਾਂ ਖੋਜ ਇਹ ਆਈ ਕਿ ਇਹ ਤੇ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਨੇ। ਤੇ ਗੁਰੂ ਨਾਨਕ ਕਹਿੰਦਾ ਹੈ ਕਿਉਂ ਜਿਹੜੀ ਧੀ ਜਾਂਦੀ ਹੈ, ਅਗਰ ਤੇਥੋਂ ਛੋਟੀ ਹੈ ਨਾ ਉਹ ਬੀਬੀ, ਤਾਂ ਤੇਰੀ ਧੀ ਹੈ। ਅਗਰ ਤੇਰੀ ਉਮਰ ਦੇ ਬਰਾਬਰ ਦੀ ਹੈ ਤਾਂ ਤੇਰੀ ਭੈਣ ਹੈ, ਤੇ ਜੇ ਤੇਰੀ ਉਮਰ ਤੋਂ ਵੱਡੀ ਹੈ ਤਾਂ ਤੇਰੀ ਮਾਂ ਹੈ। ਇਹ ਉਸ ਫਲਸਫੇ ਨੂੰ ਮੰਨਣ ਵਾਲਾ ਹੈ। ਇਸ ਕਰਕੇ ਇਹਨਾਂ ਬਹਾਦਰ ਹੈ। ਤਾਂ ਫਿਰ ਇਹਨਾਂ ਦੀ ਖੂਨ ਦੇ ਵਿੱਚੋਂ ਬਹਾਦਰੀ ਕਿਵੇਂ ਕੱਢੀ ਜਾ ਸਕਦੀ ਹੈ? ਉਸ ਫਲਸਫੇ ਦੀਆਂ ਜੜ੍ਹਾਂ ਕੱਟੀਆਂ ਜਾਣ। ਮੇਰੇ ਦੋਸਤੋ, ਉਸ ਫਲਸਫੇ ਦੀਆਂ ਜੜ੍ਹਾਂ ਕੱਟਣ ਦੇ ਲਈ ਲਗਾਤਾਰ ਯਤਨ ਹੋ ਰਹੇ ਨੇ। ਨੋਟ ਕਰਿਓ ਫਿਰ ਇੱਕ ਗੱਲ ਵੀ ਆਮ ਬੰਦਾ ਸੋਚਣ ਵਾਲਾ ਸੋਚਦਾ ਵੀ ਕੀ ਫਰਕ ਪਏਗਾ। ਮੰਨ ਲਓ ਮੈਂ ਇੱਕ ਜਥੇਬੰਦੀ ਨੂੰ ਚਲਾ ਰਿਹਾ ਹਾਂ, ਮੈਂ ਉਹਦਾ ਪ੍ਰਧਾਨ ਹਾਂ, ਮੈਂ ਗੰਦੇ ਕੰਮ ਕਰਦਿਆਂ, ਮੈਂ ਰਿਸ਼ਵਤਖੋਰੀ ਕਰਦਿਆਂ, ਮੈਂ ਅੰਦੋਲਨ ਵੇਚਣ ਲੱਗ ਜਾ, ਤਾਂ ਮੇਰੇ ਬਾਰੇ ਸਾਰੇ ਲੋਕ ਕਹਿਣਗੇ ਇਹ ਤਾਂ ਨਿਕੰਮਾ ਬੰਦਾ ਹੈ, ਗਲਤ ਹੈ। ਇਤਿਹਾਸ 'ਚ ਵੀ ਇਹੀ ਲਿਖਿਆ ਜਾਏਗਾ। ਤਾਂ ਜੇ ਕਿਤੇ ਚਾਰ ਬੰਦੇ ਖੜੇ ਮੇਰੇ ਬਾਰੇ ਗੱਲ ਕਰਦੇ ਹੋਣ ਤੇ ਕੋਲੇ ਮੇਰਾ ਬੇਟਾ ਖੜਾ ਹੋਵੇ, ਤਾਂ ਮੂੰਹ ਨੀਵਾਂ ਕਰਕੇ ਮੇਰਾ ਬੇਟਾ ਉਹਨਾਂ ਕੋਲੋਂ ਚਲਿਆ ਜਾਏਗਾ। ਉਹ ਆਪਣੇ ਆਪ ਨੂੰ ਇਹ ਨਹੀਂ ਮੰਨੇਗਾ, ਉਹ ਇਹ ਨਹੀਂ ਦੱਸਣਾ ਚਾਹੇਗਾ ਕਿ ਮੈਂ ਉਹਦਾ ਪੁੱਤ ਹਾਂ। ਉਹਨੇ ਦੱਸਣਾ ਚਾਹੀਦਾ। ਉਹ ਕਹੇਗਾ ਕਿ ਬੜੀ ਬਦਨਾਮੀ ਕਰਾਈ ਆ ਮੇਰੇ ਪਿਓ ਨੇ, ਮੈਨੂੰ ਤਾਂ ਉਹਦਾ ਪੁੱਤ ਕਹਾਉਂਦੇ ਨੂੰ ਸ਼ਰਮ ਆਉਂਦੀ ਹੈ। ਸਮਝ ਰਹੇ ਹੋ ਗੱਲ ਨੂੰ? ਇਸ ਕਰਕੇ ਸਾਡੇ ਸਤਿਗੁਰਾਂ ਦੇ ਕਿਰਦਾਰ ਨੂੰ, ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ। ਉਹਨਾਂ ਨੂੰ ਲੋਕਾਂ ਦੇ ਸਾਹਮਣੇ ਡਾਕੂ, ਚੋਰ, ਬਦਮਾਸ਼ ਹੈ ਜੇ ਸ਼ਬਦ, ਮੈਂ ਕਹਿੰਦਾ ਸਾਡੀ ਜ਼ੁਬਾਨ ਨਹੀਂ ਉਹ ਸ਼ਬਦ ਕਹਿ ਸਕਦੀ ਜਿਹੜੇ ਉਹਨਾਂ ਲੋਕਾਂ ਨੇ ਲਿਖਤੇ। ਔਰ ਅਗਲੀ ਗੱਲ ਇੱਕ ਹੋਰ ਨੋਟ ਕਰਨ ਵਾਲੀ ਹੈ। ਸ਼੍ਰੋਮਣੀ ਕਮੇਟੀ, ਬੜੇ ਅੰਦੋਲਨ ਹੋਏ, ਫਿਰ ਗੁਰਦੁਆਰਿਆਂ ਦਾ ਕੰਟਰੋਲ ਆਇਆ ਇਹਨਾਂ ਦੇ ਕੋਲੇ। ਜਾਨਾਂ ਦੇ ਕੇ ਸੌਖਾ ਨਹੀਂ ਆਇਆ, ਲੋਕਾਂ ਦੀਆਂ ਖੱਲਾਂ ਉਤਰੀਆਂ ਨੇ, ਫਿਰ ਇਹ ਕੰਟਰੋਲ ਮਿਲਿਆ, ਫਿਰ ਇਹ ਕਮੇਟੀ ਬਣੀ। ਤੇ ਉਸ ਕਮੇਟੀ ਦੇ ਸਾਡਾ ਵਿਸ਼ਵਾਸ ਕਰਨਾ ਬਣਦਾ ਸੀ ਕਿ ਸਾਡੀ ਹੈ। ਤੇ ਉਸ ਕਮੇਟੀ ਦੇ ਹੁੰਦਿਆਂ ਇੱਕ ਕਿਤਾਬ ਲਿਖੀ ਜਾਂਦੀ ਹੈ ਜਿਹਦੇ 'ਚ ਸਤਿਗੁਰਾਂ ਪ੍ਰਤੀ ਬੜੇ ਅਪਮਾਨਜਨਕ ਸ਼ਬਦ ਵਰਤੇ ਗਏ। ਤੇ ਉਹ ਕਮੇਟੀ ਜਦੋਂ ਕਿਤਾਬ ਲਿਖਾਈ ਕੇ ਛਪਾ ਰਹੀ ਹੈ, ਸਾਡੇ ਦੇਖੋ ਅਸੀਂ ਸਿੱਖ ਕੌਮ, ਅਕਾਲ ਤਖਤ ਤੋਂ ਇੱਕ ਸ਼ਬਦ ਸਾਡੇ ਲਈ ਨਿਕਲ ਜੇ ਨਾ, ਅਸੀਂ ਸਿਰ ਮੱਥੇ ਮੰਨਦੇ ਹਾਂ। ਸਾਡੇ ਅਕਾਲ ਤਖਤ ਨੇ ਕਿਹਾ ਹੈ। ਤੇ ਅਕਾਲ ਤਖਤ ਦੇ ਜਥੇਦਾਰ ਬੜੇ, ਮੈਨੂੰ ਕੀ ਲੱਗਦਾ ਹੈ ਅੱਜ ਤੱਕ ਦੇ ਸਭ ਤੋਂ ਸੂਝਵਾਨ ਵਿਦੰਤੀ ਜੀ, ਉਸ ਵੇਲੇ ਉਹ ਕਿਤਾਬ ਲਿਖੀ ਜਾ ਰਹੀ ਹੈ, ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਔਰ ਉਹਨਾਂ ਨੇ ਉਹਦੇ ਤੇ ਕੋਈ ਨੋਟਿਸ ਨਹੀਂ ਲਿਆ। ਹਾਲਾਂਕਿ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਪ੍ਰਕਾਸ਼ ਕੀਤੀ ਗਈ ਕਿਤਾਬ, ਉਹਦੀ ਇੱਕ ਇੱਕ ਲਾਈਨ ਦੇ ਉੱਤੇ ਪੂਰਾ ਉਹਦਾ ਧਿਆਨ ਦੇਣਾ ਬਣਦਾ ਹੈ। ਇੱਕ ਇੱਕ ਸ਼ਬਦ ਦੇ ਉੱਤੇ ਉਹਦੇ ਅਰਥਾਂ ਤੇ ਧਿਆਨ ਦੇਣਾ ਬਣਦਾ ਹੈ ਕਿ ਕਿਤੇ ਮੇਰੀ ਕੌਮ ਨੂੰ ਕੋਈ ਗਲਤ ਰਸਤਾ ਨਾ ਫੜ ਲੈਂਦੀ ਹੋਵੇ, ਇਸ ਕਿਤਾਬ ਦੇ ਵਿੱਚੋਂ ਗਲਤ ਦਿਸ਼ਾ ਨਾ ਮਿਲ ਜੇ। ਤੇ ਇੱਥੇ ਕੀ ਹੋ ਰਿਹਾ ਹੈ? ਉਹਨਾਂ ਦੀ ਮੌਜੂਦਗੀ ਦੇ ਵਿੱਚ
ਇਹ ਕਿਤਾਬਾਂ ਛਪ ਰਹੀਆਂ ਨੇ ਤੇ ਸਾਡੇ ਸਤਿਗੁਰਾਂ ਦੇ ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ। ਕਾਰਨ ਇੱਕੋ ਹੀ ਹੈ, ਹੋਰ ਕੁਝ ਨਹੀਂ ਕਿ ਇਹ ਵਾਰ ਆਪਣੇ ਤੇ ਕਿਉਂ ਹੋਇਆ ਹੈ। ਇਹ ਫਿਰ ਸੋਚਣ ਵਾਲੀ ਗੱਲ ਹੈ ਕਿ ਇਹ ਵਾਰ ਆਪਣੇ ਤੇ ਕਿਉਂ ਹੋਇਆ ਹੈ। ਇਹ ਵਾਰ ਆਪਣੇ ਤੇ ਪਿਆਰੋ ਇਸ ਕਰਕੇ ਹੋ ਰਿਹਾ ਹੈ ਕਿ ਇਸ ਖਿੱਤੇ ਦੇ ਲੋਕ, ਉਹ ਗੁਰੂ ਨਾਨਕ ਦੇ ਫਲਸਫੇ ਨੂੰ ਮੰਨਣ ਵਾਲੇ ਲੋਕ ਇੱਥੇ ਵਸਦੇ ਨੇ। ਇਹਨਾਂ ਦੇ ਖੂਨ ਦੇ ਵਿੱਚ ਲੜਨ ਦਾ ਮਾਦਾ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਸਭ ਤੋਂ ਮੋਹਰੀ ਹੋ ਕੇ ਲੜੇ ਨੇ ਲੋਕ। ਇਸ ਕਰਕੇ ਇਸ ਖਿੱਤੇ ਦੇ ਲੋਕਾਂ ਨੂੰ ਇਹਨਾਂ ਦੀ ਸੋਚ ਨੂੰ ਖੁੰਡਿਆ ਕਰਨਾ ਹੈ ਤੇ ਸੋਚ ਨੂੰ ਖੁੰਡਿਆ ਕਰਨ ਦੇ ਲਈ ਯਤਨਸ਼ੀਲ ਰਹੇ ਨੇ ਤਾਂ ਕਿ ਇਹ ਜਿੱਥੋਂ ਊਰਜਾ ਲੈਂਦੇ ਨੇ, ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ, ਉਹ ਸ਼ਕਤੀ ਦਾ ਸੋਰਸ ਹੀ ਬਰਬਾਦ ਕਰ ਦਿਓ। ਇਹਨਾਂ ਨੂੰ ਇਹ ਲੱਗਣ ਲੱਗ ਪਏ ਕਿ ਸਾਡੇ ਗੁਰੂ ਤੇ ਸ਼ਾਇਦ ਇਹੋ ਜਿਹੇ ਹੋਣਗੇ। ਲੋਕ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲਣ ਤੋਂ ਪਿੱਛੇ ਹਟ ਜਾਣ ਤੇ ਇਹਨਾਂ ਲੋਕਾਂ ਨੂੰ ਕੁੱਟਣਾ ਸੌਖਾ ਹੋ ਜਾਏ। ਕੁੱਟਣਾ ਕਿਉਂ ਸੌਖਾ ਹੋ ਜਾਏ, ਕਿਉਂ ਵਾਰ ਹੋਇਆ, ਇਹ ਵੀ ਗੱਲ ਸਮਝ ਲਿਓ। ਇਹ ਵੀ ਗੱਲ ਸਮਝਣ ਵਾਲੀ ਹੈ ਕਿ ਵਾਰ ਤੁਹਾਡੇ ਤੇ ਕਿਉਂ ਹੋਇਆ ਹੈ। ਸਾਰੇ ਪੜ੍ਹੇ ਲਿਖੇ ਵੀਰ ਇਕੱਠੇ ਹੋਏ ਹੋ। ਦੇਸ਼ ਦਾ ਇਤਿਹਾਸ, ਜਿਸ ਵੇਲੇ ਕਨਸਟੀਟਿਊਸ਼ਨ ਲਿਖਿਆ ਜਾ ਰਿਹਾ ਹੈ, ਸੰਵਿਧਾਨ, ਉਹ ਲਗਭਗ 296-97 ਆਦਮੀ ਨੇ ਜਿਹੜੇ ਉਹ ਇਤਿਹਾਸ, ਉਹ ਸਾਡਾ ਸੰਵਿਧਾਨ ਲਿਖ ਰਹੇ ਨੇ। ਐਡੀ ਵੱਡੀ ਕਮੇਟੀ ਹੈ ਔਰ ਐਡੀ ਵੱਡੀ ਕਮੇਟੀ ਦਾ ਲਿਖਿਆ ਸੰਵਿਧਾਨ, ਮੇਰਾ ਖਿਆਲ ਹੈ ਉਹਨੂੰ ਛੇਤੀ ਕੀਤੇ ਛੇੜਛਾੜ ਕਰਨ ਦੀ ਲੋੜ ਨਹੀਂ। ਤੇ ਸਭ ਤੋਂ ਪਹਿਲੀ ਸੋਧ ਕਿਦੋਂ ਹੁੰਦੀ ਹੈ, ਜਿਨ੍ਹਾਂ ਨੇ ਪੋਲਿਟਿਕਸ ਪੜ੍ਹੀ ਉਹਨਾਂ ਨੂੰ ਪਤਾ ਹੋਏਗਾ। ਸਭ ਤੋਂ ਪਹਿਲੀ ਸੋਧ ਜੂਨ 1951 ਨੂੰ ਹੁੰਦੀ ਹੈ। ਕੌਮ ਨੂੰ ਮਿਲਦਾ 26 ਜਨਵਰੀ 1950 ਨੂੰ ਤੇ ਪਹਿਲੀ ਸੋਧ 1951, 1.5 ਸਾਲ ਬਾਅਦ। ਉਹਦੇ ਚ ਕੀ ਲਿਖਿਆ ਹੈ ਸਮਝਿਓ ਜੇ। ਹੁਣ ਇਹ ਉਹਦੇ ਚੋਂ ਚੱਲਣੀਆਂ ਨੇ ਸਾਰੀ ਕਹਾਣੀ। ਉਹਦੇ ਚ ਚੱਲਿਆ ਕਿ ਸੰਵਿਧਾਨ ਦੇ 8 ਅਧਿਆਏ ਨੇ, ਇਹਨੂੰ ਅੱਜ ਇੱਕ 9ਵਾਂ ਅਧਿਆਇ ਦਿੱਤਾ ਜਾਂਦਾ ਹੈ। ਪਹਿਲੀ ਸੋਧ ਹੈ, ਸੁਣ ਲਿਓ ਧਿਆਨ ਨਾਲ। ਇਹ ਜਿਹੜਾ 9ਵਾਂ ਅਧਿਆਇ ਹੈ, ਇਹਦੇ ਵਿੱਚ ਜਿੰਨੇ ਵੀ ਕਾਨੂੰਨ ਦਰਜ ਕੀਤੇ ਜਾਣਗੇ, ਉਹਨਾਂ ਕਾਨੂੰਨਾਂ ਦੇ ਖਿਲਾਫ ਹਿੰਦੁਸਤਾਨ ਦੇ ਲੋਕ, ਭਾਰਤ ਦੇ ਲੋਕ ਕੋਰਟ ਨਹੀਂ ਜਾ ਸਕਣਗੇ। ਇਹ ਲਿਖਿਆ ਉਹਦੇ ਚ। ਪੜਿਆ ਕਿਸੇ ਨੇ? ਕਿਉਂ ਵੀ ਸੱਜਣੋ ਦੱਸਿਓ, ਨਹੀਂ ਪੜਿਆ? ਇਹ ਲਿਖਿਆ ਉਹ ਦੱਸਿਓ। ਜਿੱਦਾਂ ਉਦਾਂ ਹੀ 1951 ਚ ਇਹ ਕਰਤਾ ਕਿ ਇੱਥੋਂ ਦੇ ਲੋਕ ਕੋਰਟ ਨਾ ਜਾ ਸਕਣ, ਕੋਰਟ ਜਾਣ ਦਾ ਰਾਹ ਬੰਦ ਕਰਤਾ ਲੋਕਾਂ ਦਾ। ਇਮਾਨਦਾਰੀਆਂ ਦੱਸੋ, ਤੁਹਾਡੀ ਗੁਲਾਮੀ ਦਾ ਪੈਰ ਉਦਾਂ ਹੀ ਧਰਿਆ ਗਿਆ। ਅੱਗੇ ਜਾ ਕੇ 1955 ਚ ਫਿਰ 2 ਸੋਧਾਂ ਹੁੰਦੀਆਂ। ਉਹਨਾਂ 2 ਸੋਧਾਂ ਦੇ ਰਾਹੀਂ ਤੁਹਾਡੀ ਐਗਰੀਕਲਚਰ ਨੂੰ, ਇਹ ਜਿਹੜੀ ਆ ਗੱਲ ਇਹਦੇ ਨਾਲ ਜੁੜਨੀ, ਨੋਟ ਕਰਿਓ, ਜਿਹੜਾ ਅੱਜ ਸੰਵਿਧਾਨ ਨੂੰ ਤੋੜਿਆ ਜਾ ਰਿਹਾ ਹੈ। ਤੁਹਾਡੀ ਐਗਰੀਕਲਚਰ ਪ੍ਰੋਡਿਊਸ ਜਿੰਨਾ ਹੈ, ਉਹਨਾਂ ਨੂੰ ਜ਼ਰੂਰੀ ਵਸਤਾਂ ਦੇ ਐਕਟ ਦੇ ਥੱਲੇ ਲਿਆ ਕੇ ਔਰ ਜ਼ਰੂਰੀ ਵਸਤਾਂ ਦੇ ਐਕਟ ਨੂੰ ਉਸ 9ਵੇਂ ਅਧਿਆਏ ਦੇ ਵਿੱਚ ਫਿੱਟ ਕਰਤਾ। ਲੋਕਾਂ ਨੂੰ ਤੁਹਾਡੀਆਂ ਫਸਲਾਂ ਦਾ ਰੇਟ 500 ਰੁਪਈਆ ਦੇ ਦੇ ਸਰਕਾਰ, 50 ਰੁਪਈਆ ਦੇ ਦੇ ਸਰਕਾਰ, 5000 ਦੇ ਦੇ ਸਰਕਾਰ। ਲੋਕਾਂ ਨੂੰ ਉਹਦੇ ਉੱਤੇ ਸਬਰ ਕਰਨਾ ਪੈਣਾ। ਕੋਰਟ ਜਾ ਕੇ ਤੁਸੀਂ ਭਾਅ ਨਹੀਂ ਲੈ ਸਕਦੇ। ਹੁਣ ਇਹਦਾ ਮਗਰ ਇਹਦਾ ਕੀ ਸੰਬੰਧ ਆ ਦੋਵਾਂ ਦਾ? ਸੰਵਿਧਾਨ ਨੂੰ ਤੋੜ ਦੇ ਵਿੱਚ ਇਹ ਕੁਝ ਲਿਆਉਣਾ ਔਰ ਸਾਡੇ ਇਤਿਹਾਸ ਦੇ ਵਿੱਚ ਤੋੜ ਮਰੋੜ ਕਰਨੇ ਦਾ ਸੰਬੰਧ ਕੀ ਹੈ? ਕਿਉਂਕਿ ਆ ਜਿਹੜੀ ਧਰਤੀ ਹੈ ਪਿਆਰਿਓ, ਆ ਜਿੱਥੇ ਤੁਸੀਂ ਬੈਠੇ ਹੋ, ਹਿੰਦੁਸਤਾਨ ਦੀ ਇਹ ਧਰਤੀ, ਇਹਦੇ ਤੇ ਬਹੁਤ ਸਾਰੇ ਲੋਕਾਂ, ਜਿਹੜੇ ਤੁਸੀਂ ਬਾਹਰ ਘੁੰਮਦੇ ਹੋ, ਤੁਸੀਂ ਨੋਟ ਕਰਿਓ ਜੇ ਮੇਰੀ ਕਹੀ ਗੱਲ ਨੂੰ, ਕਿ ਇਹੋ ਜਿਹੀਆਂ ਰੁੱਤਾਂ ਸਾਰੇ ਵਰਲਡ ਦੇ ਵਿੱਚ ਮਿਲਦੀਆਂ ਕਿਤੇ? ਕਿਉਂ ਵੀ ਦੋਸਤੋ, ਜਿਹੜੇ ਕਿਤੇ ਬਾਹਰ ਗਏ ਦੱਸਿਓ, ਨਹੀਂ ਮਿਲਦੀਆਂ। ਇਹੋ ਜਿਹਾ ਉਤਪਾਦਨ, ਇਹੋ ਜਿਹੀਆਂ ਫਸਲਾਂ ਮਿਲਦੀਆਂ ਕਿਤੇ? ਨਹੀਂ ਮਿਲਦੀਆਂ। ਜੇ ਕੁਝ ਮਿਲਦਾ ਉਹ ਇੱਥੋਂ ਮਿਲਦਾ ਹੈ।
ਉਹਨਾਂ ਦੀ ਅੱਖ ਹੈ ਜਿਹਦੇ ਕਬਜ਼ਾ ਕਰਨ ਦੀ ਹੈ ਤੇ ਸੋਚਿਆ ਸੀ ਕਿ ਜਿਸ ਦਿਨ ਇਹਨਾਂ ਤੇ ਕਬਜ਼ਾ ਕਰਨਾ ਹੈ ਉਹ ਦਿਨ ਜਦੋਂ ਲੈ ਕੇ ਆਉਣਾ ਹੈ, ਜ਼ਮੀਨਾਂ ਦੇ ਮਾਲਕ ਨੇ ਲੋਕ, ਇਹਨਾਂ ਤੋਂ ਲੈਣੀਆਂ ਤੇ ਕਿਵੇਂ ਲੈਣੀਆਂ, ਇਹਨਾਂ ਦਾ ਆਰਥਿਕ ਤੌਰ ਤੇ ਲੱਕ ਤੋੜ ਕੇ ਜ਼ਮੀਨਾਂ ਤੋਂ ਹੱਥ ਖੜੇ ਕਰ ਜਾਣ। ਇੱਕ ਇਹ ਸੋਚ ਸੀ। ਨੰਬਰ 2 ਕਿ ਜਦੋਂ ਜ਼ਮੀਨਾਂ ਤੇ ਕਬਜ਼ਾ ਕਰਾਂਗੇ, ਜ਼ਮੀਨਾਂ ਲਵਾਂਗੇ, ਉਸ ਵੇਲੇ ਇਹ ਲੋਕ ਅੰਦੋਲਨ ਨਾ ਕਰ ਸਕਣ। ਅੰਦੋਲਨਕਾਰੀਆਂ ਵਾਲੀ ਜਿਹੜੀ ਇਹਨਾਂ ਦੀ ਬਿਰਤੀ ਹੈ, ਜਿਹੜੀ ਇਹਨਾਂ ਦੀ ਅੰਦੋਲਨਕਾਰੀਆਂ ਵਾਲੀ ਸੋਚ ਹੈ, ਉਹ ਸੋਚ ਇਹਨਾਂ ਚੋਂ ਖਤਮ ਕਰੋ। ਉਹ ਤਾਂ ਖਤਮ ਹੋਏਗੀ ਅਗਰ ਇਹਨਾਂ ਦੇ ਇਤਿਹਾਸ ਨੂੰ ਮਿਟਾਵਾਂਗੇ ਤਾਂ। ਅਗਰ ਇਹਨਾਂ ਦੀ ਸੋਚ ਨੂੰ ਮਿਟਾਉਣਾ ਹੈ ਤਾਂ ਇਹਨਾਂ ਦਾ ਇਤਿਹਾਸ ਨੂੰ ਮਿਟਾਉਣਾ ਪਏਗਾ। ਸੱਜਣੋ, ਕੋਸ਼ਿਸ਼ ਇੱਕੋ ਹੀ ਹੈ, ਤੁਹਾਡੀ ਜ਼ਮੀਨ, ਤੁਹਾਡੀ ਇਸ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਸਿਰਫ ਇੱਕੋ ਹੀ ਕੋਸ਼ਿਸ਼ ਹੈ ਇਹਨਾਂ ਲੋਕਾਂ ਦੀ। ਔਰ ਦੁੱਖ ਇਸ ਗੱਲ ਦਾ ਹੈ ਕਿ ਸਾਡੇ ਵਾਲੇ ਜਿਨ੍ਹਾਂ ਦੀ ਡਿਊਟੀ ਲੱਗੀ, ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਇਹ ਕੌਮ ਨੂੰ ਸੇਧ ਦੇਣੀ ਹੈ, ਸਾਡੇ ਇਤਿਹਾਸ ਨਾਲ ਕੋਈ ਛੇੜਛਾੜ ਨਾ ਕਰ ਜੇ, ਸਾਡੇ ਇਤਿਹਾਸ ਦੇ ਨਾਲ ਛੇੜਛਾੜੀ ਉਹਨਾਂ ਨੇ ਕੀਤੀ। ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ। ਤਾਂ ਦੋਸਤੋ, ਆਪਣੇ ਕੋਲੇ ਸਮਾਂ ਥੋੜਾ ਹੈ, ਕਦੇ ਗੱਲਾਂ ਹੋਰ ਜਿਹੜੀਆਂ ਨੇ ਬਾਕੀ ਫੇਰ ਕਰਾਂਗੇ, ਆਉਂਦੇ ਰਹਿਣਾ। ਮੇਰੀ ਇੱਕ ਬੇਨਤੀ ਹੈ ਦੋਸਤੋ, ਇਸ ਨੂੰ ਆਪਦੀ ਜ਼ਮੀਨ ਦੇ ਅੰਦੋਲਨ ਨਾਲੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਅੰਦੋਲਨ ਨੂੰ, ਇਹਦੇ ਵਿੱਚ ਭਾਵੇਂ ਕੋਈ ਕਹੇ ਕਿ ਸਿੱਖੀ ਦਾ ਅੰਦੋਲਨ ਹੈ, ਇਹ ਇਤਿਹਾਸ ਦਾ ਅੰਦੋਲਨ ਹੈ, ਨਹੀਂ। ਅਸਲ ਦੇਸ਼ ਦੀ ਧਰਤੀ ਤੇ ਕਬਜ਼ਾ ਕਰਨ ਵਾਲੇ ਲੋਕਾਂ ਦੀਆਂ ਚਾਲਾਂ ਦੇ ਖਿਲਾਫ ਚੱਲਿਆ ਜਾ ਰਿਹਾ, ਲੜਿਆ ਜਾ ਰਿਹਾ ਇੱਕ ਅੰਦੋਲਨ ਹੈ। ਉਹ ਚਾਹੇ ਸਾਡੀ ਕੌਮ ਨੂੰ ਪਾੜਨ ਦੀ ਕੋਸ਼ਿਸ਼ ਸੀ, ਆ ਇੱਕ ਜਿਹੜਾ ਇਹਨਾਂ ਨੇ ਰੱਬ ਮਦਦ ਕਰ ਰਿਹਾ ਤੁਹਾਡੀ, ਇਹ ਐਸੀ ਨਹੀਂ ਗੱਲ। ਕਿਉਂਕਿ ਜਿਹੜਾ ਦਿੱਲੀ 'ਚ ਅੰਦੋਲਨ ਲੜਿਆ, ਉੱਥੋਂ ਤੋਂ ਜਿਹੜੇ ਅਸੀਂ ਜਾਗਰਤ ਹੋ ਕੇ ਨਿਕਲੇ ਆ, ਉਸ ਅੰਦੋਲਨ ਦੇ ਵਿੱਚੋਂ ਅੱਜ ਨਿਕਲਿਆ ਅੰਦੋਲਨ ਦਾ ਅਗਲਾ ਆਗਾਜ਼ ਸ਼ੁਰੂ ਨਜ਼ਰ ਆ ਰਿਹਾ ਹੈ। ਇਹ ਉਹਦੇ ਚੋਂ ਨਿਕਲ ਕੇ ਆਇਆ ਹੈ। ਲੋਕਾਂ 'ਚ ਅਵੇਅਰਨੈਸ ਆਈ ਹੈ, ਲੋਕਾਂ ਦੀ ਏਕਤਾ ਬਣੀ ਹੈ। ਜਿਸ ਵੇਲੇ ਜਿਨ੍ਹਾਂ ਲੋਕਾਂ ਨੇ ਪੂਰਾ ਜ਼ੋਰ ਲਾਇਆ ਸੀ ਕਿ ਪੰਜਾਬ ਤੇ ਹਰਿਆਣੇ ਨੂੰ ਜੁੰਡੋ ਜੁੰਡੀ ਕਰਾ ਕੇ ਰੱਖਣਾ, ਗਏ ਅਸੀਂ ਅੱਡੋ ਅੱਡੀ ਸੀ, ਆਏ ਅਸੀਂ ਇਕਜੁੱਟ ਹੋ ਕੇ ਉੱਥੋਂ ਪੰਜਾਬ ਤੇ ਹਰਿਆਣਾ ਇੱਕ ਹੋ ਕੇ ਆਇਆ ਹੈ। ਸਤਿ ਸ੍ਰੀ ਅਕਾਲ। ਤਾਂ ਉੱਥੋਂ ਅਸੀਂ ਏਕਤਾ ਬਣਾ ਕੇ ਆਏ ਆ। ਉਸ ਏਕਤਾ ਦੇ ਵਿੱਚੋਂ ਆ ਨੌਜਵਾਨ ਸਾਡੇ ਵਿੱਚ ਬੈਠੇ ਨੇ, ਜਿਨ੍ਹਾਂ ਨੇ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਅਗਰ ਦੁਬਾਰਾ ਆਏਗਾ, ਲੋੜ ਪਏਗੀ, ਇਹ ਨਹੀਂ ਸੰਭਲਦੇ, ਤਾਂ ਫਿਰ ਅਸੀਂ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਹਰਿਆਣੇ 'ਚ ਆਵਾਂਗੇ। ਪਰ ਹਜੇ ਜਿਹੜੀ BKU ਏਕਤਾ ਸਿੱਧੂਪੁਰ ਦੀ ਮੈਂ ਜਿਹਦੀ ਗੱਲ ਕਰਦਾ, ਹਜੇ ਤੇ ਇੱਥੇ ਅਸੀਂ ਆ ਇੱਕ ਥੋੜੇ ਜਿਹੇ ਏਰੀਏ ਨੂੰ ਕਿਹਾ ਵੀ ਆ ਜਾਓ, ਆਪਾਂ ਦੇਖਦੇ ਹਾਂ ਉੱਥੇ ਕਿਹੋ ਜਿਹੇ ਹਾਲਾਤ ਨੇ। ਕਿਤੇ ਇੱਕ ਵੱਡੀ ਅਗਲੇ ਪ੍ਰੋਗਰਾਮਾਂ 'ਚ ਤਾਂ ਜੇਕਰ ਇੱਥੇ ਆਪਾਂ ਨੂੰ ਲੋੜ ਪੈਂਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਆਉਣਗੇ। ਸਾਡੀ ਜ਼ਮੀਨ ਦੀ ਲੜਾਈ ਹੈ, ਸਾਡੀ ਸੋਚ ਦੇ ਖਿਲਾਫ, ਇੱਕ ਸ਼ੜਯੰਤਰ ਦੇ ਖਿਲਾਫ ਸਾਡੀ ਲੜਾਈ ਹੈ। ਇਸ ਲੜਾਈ ਨੂੰ ਅਸੀਂ ਹਰ ਹਾਲ 'ਚ ਜਿੱਤਣਾ। ਅਸੀਂ ਆਪਦੀ ਆਉਣ ਵਾਲੀ ਪੀੜ੍ਹੀ, ਅਸੀਂ ਆਪਦੀ ਪੀੜ੍ਹੀ ਦੇ ਵਿੱਚੋਂ ਭਗਤ ਸਿੰਘ ਨਹੀਂ ਗੁਆਚਣ ਦੇਣੇ। ਆ ਕਾਫੀ ਗੱਲ ਯਾਦ ਕਰ ਲਿਓ। ਆ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹੈ, ਇੱਥੋਂ ਦੇ ਸਿਸਟਮ ਨੂੰ, ਜਿਨ੍ਹਾਂ ਦੇ ਬਾਹਰ 'ਚ ਬੈਠੇ ਆ, ਤੁਸੀਂ ਜਿੰਨੇ ਇੱਥੇ ਬੈਠੇ ਹੋ, ਇੱਕ ਗੱਲ ਮੈਨੂੰ ਦੱਸਿਓ ਵੀ ਸਰਕਾਰ ਨੇ ਕਹਿਤਾ ਜਾਂ ਬੋਰਡ ਨੇ ਕਹਿਤਾ? ਕੀ ਕਹਿਤਾ? ਲਓ ਜੀ 8ਵੀਂ ਤੱਕ ਕੋਈ ਜਵਾਕ ਫੇਲ ਹੀ ਨਹੀਂ ਕਰਨਾ। ਇਹਨਾਂ ਨੂੰ ਮੈਂ ਪੁੱਛਦਾ ਚੇਅਰਮੈਨ ਨੂੰ ਜਾਂ ਮੰਤਰੀ ਨੂੰ, ਤੁਸੀਂ ਦੱਸੋ ਸਾਰੇ ਇਮਾਨਦਾਰੀ ਨਾਲ, ਆਪਾਂ ਗੁਰੂ ਨੂੰ ਯਾਦ ਕਰਕੇ, ਕਿਸੇ ਨੇ ਮੰਗ ਕੀਤੀ ਹੈ ਵੀ ਸਾਡੇ ਜਵਾਕਾਂ ਨੂੰ ਫੇਲ ਨਾ ਕਰਿਓ? ਇਹ ਆਈ ਕਿੱਥੋਂ? ਇਹ ਆਈ ਕਿੱਥੋਂ ਹੈ? ਇਹ ਸੱਜਣੋ ਤੁਹਾਡੀ ਪਨੀਰੀ ਦੀਆਂ ਜੜ੍ਹਾਂ ਕੁਤਰੀਆਂ ਜਾ ਰਹੀਆਂ, ਕਿਉਂਕਿ ਜਿਹੜੀ ਨੌਲੇਜ ਆ, ਜਿਹੜਾ ਗਿਆਨ ਹੈ, ਇਹ ਗੁਲਾਮ ਨਹੀਂ ਹੋਣ ਦਿੰਦਾ। ਨੌਲੇਜ ਗੁਲਾਮ ਨਹੀਂ ਹੋਣ ਦਿੰਦੀ। ਗਿਆਨ ਨਾ ਹੋਵੇ ਇਹਨਾਂ ਦੇ ਕੋਲੇ, ਇਸ ਕਰਕੇ ਇੱਥੋਂ ਫਰਮਾਨ ਜਾਰੀ ਹੋਏ ਕਿ 8ਵੀਂ ਤੱਕ ਬੱਚੇ ਫੇਲ ਹੀ ਨਹੀਂ ਕਰਨੇ। 8ਵੀਂ ਤੱਕ ਫੇਲ ਨਾ ਕਰੋ,
9ਵੀਂ 'ਚ ਇਹਨਾਂ ਨੇ ਪਾਸ ਹੀ नहीं होना, 10ਵੀਂ ਇਹਨਾਂ ਨੇ ਪਾस ही नहीं होनी, +2 करनगे किवें? तो ਇਹਨਾਂ ਦੀਆਂ ਜੜ੍ਹਾਂ ਬੇੜਾ ਗਰਕ ਕਰਨ ਵਾਸਤੇ ਇਹ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਕਦੇ ਫਿਰ ਗੱਲ ਕਰਾਂਗੇ। ਆ ਸਾਡੇ ਜਵਾਕ ਆ ਜਿਹੜੇ ਬਣ ਜਾਂਦੇ ਆ, ਅਗਲਾ ਕਹਿੰਦਾ ਵੀ ਮੰਨ ਲਓ ਕਿਸੇ ਨਾਲ ਸੁਖਬੀਰ ਬਾਦਲ ਰੋਟੀ ਖਾ ਜੇ, ਕਿਸੇ ਸਕੂਲ 'ਚ ਆ ਕੇ ਮੁੰਡੇ 50 ਇਕੱਠੇ ਕੀਤੇ, 100 ਇਕੱਠਾ ਕੀਤਾ, ਸੁਖਬੀਰ ਬਾਦਲ ਰੋਟੀ ਖਾ ਗਿਆ। ਮੇਰੀ ਗੱਲ ਨੂੰ ਐ ਨਾ ਸਮਝ ਲਓ ਵੀ ਮੈਂ ਕਿਸੇ ਇੱਕ ਪੋਲੀਟੀਕਲ ਧਿਰ ਦੇ ਖਿਲਾਫ ਬੋਲ ਰਿਹਾ। ਤੁਸੀਂ ਐਂ ਦੱਸਿਓ ਵੀ ਫਿਰ ਜਿਹੜੇ ਬੱਚਿਆਂ ਦੇ ਨਾਲ ਸੁਖਬੀਰ ਬਾਦਲ ਰੋਟੀ ਖਾ ਗਿਆ, ਉਹ ਬੱਚੇ ਦੁਬਾਰਾ ਬੋਲਣਾ ਕੁਛ ਨਹੀਂ ਤਾਂ ਉਹ ਬੱਚੇ ਦੁਬਾਰਾ ਕਿਤਾਬ ਚੱਕਣਗੇ? ਬੋਲਿਓ ਕਿਉਂ ਵੀ ਦੋਸਤੋ, ਨੌਜਵਾਨੋ ਤੁਸੀਂ ਦੱਸੋਗਾ ਭਲਾ ਨਹੀਂ ਨਾ ਚੱਕਦੇ? ਤੇ ਜੇ ਕੋਈ ਮੇਰੇ ਵਰਗਾ ਪਿਓ ਇਹ ਕਹੇਗਾ ਕਿ ਬੇਟਾ ਨਾ, ਇਹ ਤੁਸੀਂ ਪੜ੍ਹਨ ਵਾਸਤੇ ਕੰਮ ਹੈ ਤੁਹਾਡਾ, ਕਿਤਾਬਾਂ ਚੱਕੋ, ਪੜ੍ਹੋ, ਤਕੜੇ ਹੋ ਕੇ ਅਫਸਰ ਬਣਨਾ, ਨੇਕ ਇਨਸਾਨ ਬਣਨਾ ਹੈ। ਉਹ ਕਹੇ ਛੱਡ ਬਾਪੂ ਯਾਰ, ਕਿਸੇ ਥਾਣੇਦਾਰ ਕੋਲੇ ਜਾਣਾ ਹੁੰਦਾ ਸੀਗਾ ਤੇ ਤੂੰ ਬੰਦਾ ਭਾਲਦਾ ਰਹਿੰਦਾ ਸੀਗਾ ਵੀ ਕੌਣ ਮੇਰੇ ਨਾਲ ਜਾਵੇ। ਉਹ ਮੇਰੀ ਬਾਪੂ ਸੁਖਬੀਰ ਨਾਲ ਸਿੱਧੀ ਗੱਲ ਆ, ਤੂੰ ਚਿੰਤਾ ਕਰੀ ਗਲਤੀ ਕਰਦਾ। ਤੇ ਪਿਓ ਵੀ ਕਹਿ ਦਿੰਦਾ ਵੀ ਮੁੰਡਾ ਬਹੁਤ ਉੱਚਾ ਟੱਪ ਗਿਆ। ਸੱਜਣੋ, ਮੈਂ ਨੌਜਵਾਨੋ ਮੇਰੀ ਹੱਥ ਜੋੜ ਕੇ ਬੇਨਤੀ ਆ, ਮੇਰੇ ਬੱਚੇ ਹੋ ਤੁਸੀਂ, ਮੈਂ ਖਾਸ ਕਰਕੇ ਤੁਹਾਡੇ ਵਾਸਤੇ ਗੱਲ ਇਹ ਕਹਿ ਰਿਹਾ, ਬਚ ਜਾਓ ਇਹਨਾਂ ਲੋਕਾਂ ਤੋਂ। ਇਹ ਸਕੂਲਾਂ ਦੇ ਬਾਅਦ ਜਾ ਕੇ ਜਿਹੜੀਆਂ ਇੱਕ ਬਣਾਉਂਦੇ ਆ ਨਾ, ਇਹਨਾਂ ਦਾ ਇੱਕੋ ਹੀ ਪਰਪਸ ਹੈ ਕਿ ਜਿਹੜੇ ਇਹ ਲੋਕ ਜਿਹੜੇ ਪੜ੍ਹ ਕੇ ਅਗਾਂਹ ਨੂੰ ਵਧ ਰਹੇ ਨੇ, ਇਹ ਜਦੋਂ IAS ਕਰ ਗਏ, ਜਦੋਂ IPS ਕਰ ਗਏ, ਜਦੋਂ PhD ਕਰ ਗਏ, ਇਹਨਾਂ ਦੀਆਂ ਗੱਲਾਂ ਦੇ ਜਵਾਬ ਪ੍ਰਕਾਸ਼ ਬਾਦਲ ਜਾਂ ਸੁਖਬੀਰ ਬਾਦਲ ਜਾਂ ਲੱਕੜ ਟੁਕੜੇ ਦੇਣਗੇ? ਕਿਸੇ ਕੋਲੇ ਹੋਣਗੇ ਤੁਹਾਡੇ ਸਵਾਲਾਂ ਦੇ ਜਵਾਬ? ਐਤਕੀ ਨਹੀਂ ਦਿੱਤੇ ਗਏ। ਜੱਟਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ, ਭੱਜਦੇ ਰਹੇ ਨੇ। ਤੇ ਜਦੋਂ ਇਹਨਾਂ ਦੇ ਸਵਾਲ ਕਰਨ ਵਾਲੇ ਐਜੂਕੇਟ ਹੋਏ, ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਹੋਣੇ। ਔਰ ਉਹਨੂੰ ਰੋਕਣ ਵਾਸਤੇ ਇੱਕ ਸਾਜ਼ਿਸ਼ ਹੈ, ਇੱਕ ਚਾਲ ਹੈ ਕਿ ਸਕੂਲਾਂ 'ਚੋਂ ਫੜੋ, ਰਾਜਨੀਤਿਕ ਵਿੰਗ ਬਣਾ ਲਓ, ਇਹਨਾਂ ਨੂੰ ਆਪਦੇ ਨਾਲ ਤੋਰੋ। ਥੋੜੇ ਸਮੇਂ ਦੇ ਬਾਅਦ 2 ਵਾਰੀ ਸੁਖਬੀਰ ਬਾਦਲ ਚਾਹ ਪੀ ਗਿਆ, 4 ਵਾਰੀ ਰੋਟੀ ਖਾ ਗਿਆ, ਇੱਕ ਵਾਰੀ ਫਿਰ ਮੀਟਿੰਗ ਕਰ ਗਿਆ, ਤੇ ਫਿਰ ਥੋੜੇ ਸਮੇਂ ਬਾਅਦ ਭਾਵੇਂ ਕੱਲੇ ਸੁਖਬੀਰ ਬਾਦਲ ਦਾ ਬਾਹਰ 2-3 ਵਾਰੀ ਨਾਂ ਲਿਆ ਗਿਆ ਕਿ ਐ ਨਾ ਲੱਗੇ ਬੰਦਿਆਂ ਨੂੰ ਕਿ ਮੈਂ ਕਾਂਗਰਸੀ ਨਾ ਹੋਵਾਂ। ਮੈਂ ਉਹਨਾਂ ਦੀ ਵੀ ਗੱਲ ਕਰਦਾ, ਅੱਗੇ ਰਾਹੁਲ ਆ ਕੇ ਪੀਜੇ ਕੱਲੋਂ ਵੀ ਤਾਂ ਵੀ ਉਹੀ ਮੰਨਨੀ ਆ। ਸਵਾਲ ਇਸ ਗੱਲ ਦਾ ਦੋਸਤੋ ਕਿ ਸਾਡੇ ਬੱਚੇ ਉਧਰਲੇ ਪਾਸੇ ਨੂੰ ਹੋ ਤੁਰੇ ਤੇ ਫਿਰ ਕੀ ਕਹਿਣਗੇ? ਲੈ ਵੀ ਵੋਟਾਂ ਆ ਗਈਆਂ ਮੁੰਡਿਓ, ਮੀਟਿੰਗ ਕਰਨੀ ਹੈ ਸੁਖਬੀਰ ਬਾਈ ਨੇ, ਜਿਵੇਂ ਭੂਆ ਦਾ ਪੁੱਤ ਹੁੰਦਾ ਹੈ। ਸੁਖਬੀਰ ਬਾਈ ਨੇ ਮੀਟਿੰਗ ਕਰਨੀ ਹੈ ਜੀ, ਸਾਰੇ ਇਲਾਕੇ ਦੇ ਮੁੰਡੇ ਇਕੱਠੇ ਕਰ ਲਏ। ਹਾਂ ਵੀ ਫਲਾਨਾ ਜਿਹੜਾ ਬੂਥ ਹੈ ਉਹ ਬੜਾ ਸੈਂਸਿਟਿਵ ਹੈ, ਉਹਦੇ ਤੇ ਕਿਹੜਾ ਮੁੰਡਾ ਕਬਜ਼ਾ ਕਰੂਗਾ। ਤੇ ਮੁੰਡਿਆਂ ਨੇ ਫਿਰ ਸੋਚਣਾ ਵੀ ਜੇ ਬਾਈ ਦੇ ਸਾਹਮਣੇ ਮੈਂ ਹੁਣ ਉਹਨਾਂ ਆਖਿਆ ਵੀ ਮੈਂ ਕਰੂੰ ਤਾਂ ਕਿਤੇ ਮੈਂ ਪਿੱਛੇ ਨਾ ਰਹਿ ਜਾ। ਤੇ ਬਾਈ ਉਹਦੇ ਸਾਹਮਣੇ ਲਲਕਰਾ ਮਾਰ ਕੇ ਕਹਿਣਗੇ ਬਾਈ ਫਿਕਰ ਨਾ ਕਰੋ, ਮੇਰੇ ਤੇ ਛੱਡ। ਇਹੀ ਕਰਾਉਣਾ ਚਾਹੁੰਦੇ ਆ, ਤੁਹਾਨੂੰ ਹਥਿਆਰ ਦੇ ਕੇ ਪੋਲਿੰਗ ਬੂਥਾਂ ਦੇ ਕਬਜ਼ੇ ਕਰਾ ਕੇ, ਤੁਹਾਡੇ ਤੇ ਪਰਚੇ ਦਰਜ ਕਰਾ ਕੇ ਤੁਹਾਡੀ ਲੋੜ ਬਣੇ। ਕੱਲ ਉਹਨਾਂ ਨੂੰ ਲੋੜ ਸੀ ਤੁਹਾਨੂੰ ਫੜਨ ਦੀ, ਅੱਜ ਤੁਹਾਡੀ ਲੋੜ ਬਣ ਗਈ ਜਿਹਦੇ ਪਰਚਾ ਦਰਜ ਹੋ ਗਿਆ ਸੁਖਬੀਰ ਬਾਈ ਦੇ ਮਗਰ ਤੁਰਨ ਦੀ। ਬਸ ਫਿਰ ਇਹੀ ਚਾਹੁੰਦੇ ਸੀ। ਫਿਰ ਤੁਹਾਡੇ ਕੋਲੋਂ ਹੋਰ ਰਸਤੇ, ਹੋਰ ਕੰਮ ਕਰਵਾਉਣੇ ਨੇ, ਉਹ ਕਰਵਾਉਣੇ ਆ। ਸੋ ਇਸ ਕਰਕੇ ਮੇਰੀ ਫਿਰ ਦੁਬਾਰਾ ਮੇਰੇ ਯੂਥ ਨੂੰ, ਮੇਰੇ ਨੌਜਵਾਨਾਂ ਨੂੰ ਬੇਨਤੀ ਆ, ਮੇਰੀ ਮਿਹਨਤ ਹੈ, ਮੇਰੀ ਮਿਹਨਤ ਮੰਨ ਲਓ ਯਾਰ, ਛੱਡ ਦਿਓ, ਤੁਸੀਂ ਪੜ੍ਹ ਲਓ ਤਕੜੇ ਹੋ ਕੇ। ਤੁਹਾਡੀ ਪੜ੍ਹਾਈ 'ਚੋਂ ਦੇਸ਼ ਦੀ ਆਜ਼ਾਦੀ ਬਚਣੀ ਹੈ, ਤੁਹਾਡੀ ਪੜ੍ਹਾਈ 'ਚੋਂ ਤੁਸੀਂ ਬਚਣਾ ਹੈ। ਅਗਰ ਤੁਸੀਂ ਕਿਤੇ ਇਹਨਾਂ ਦੇ ਮਗਰ ਲੱਗ ਕੇ ਇਹ ਕੰਮ ਕਰ ਬੈਠੇ ਤਾਂ ਫਿਰ ਗੈਂਗਸਟਰ ਬਣੋਗੇ। ਇਹਨਾਂ ਦੇ ਪਾਲੇ ਸਾਡੇ ਬੱਚੇ ਗੈਂਗਸਟਰ ਬਣਾ ਕੇ ਮੁੜ ਕੇ ਬਾਅਦ ਦੇ ਵਿੱਚ ਮਾਰਦੇ ਆ। ਸੋ ਮੇਰੀ ਇੰਨੀ ਕੁ ਅਪੀਲ ਪ੍ਰਵਾਨ ਕਰ ਲਿਓ, ਇਹ ਲੜਾਈ ਆਪਣੀ ਹੋਂਦ ਦੀ ਲੜਾਈ ਹੈ। ਇਹਨੂੰ ਐ ਨਾ ਸਮਝ ਲਿਓ ਕਿ ਕੱਲੀਆਂ ਕਿਤਾਬਾਂ ਦੀ ਲੜਾਈ ਹੈ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ ਉਸ ਕਿਤਾਬ ਦੀ ਲੜਾਈ ਹੈ। ਇਹ ਲੜਾਈ ਹੈ ਕਿ ਸਾਡੀ ਸੋਚ ਨੂੰ ਖੁੰਡਿਆ ਕਰਨਾ ਹੈ। ਐਸ ਬੋਰਡ ਨੇ ਇੱਕ ਹੋਰ ਕਰਤੂਤ ਕੀਤੀ, ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ। ਇਹਨਾਂ ਨੇ ਪਿੱਛੇ ਕਹਿੰਦੇ ਜੁੱਤੀਆਂ ਡਰਦੇ ਡਰਬੋਸ਼ੇ ਦੀ ਜਾਂਦੇ ਆ, ਹੁਣ ਕਰ ਦੇਣਗੇ ਸਾਰਾ ਕੁਝ ਹੀ ਹੋ ਜਾਣਾ, ਕਿਉਂਕਿ ਸਾਨੂੰ ਇੰਨਾ ਕੁ ਪਤਾ, ਤਜਰਬਾ ਹੋਇਆ ਵਾ ਸਾਡਾ। ਇਹਨਾਂ ਨੇ ਕੀ ਕਰਿਆ ਸੀ
ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਂ ਬੱਚਿਆਂ ਦੇ ਸਿਲੇਬਸ ਦੇ ਵਿੱਚੋਂ ਉਹਦਾ ਚੈਪਟਰ ਕੱਢਤਾ, ਪਿੱਛੇ ਕੱਢੀ ਰੱਖਿਆ, ਹੁਣ ਤਾਂ ਫੇਰ ਲੈ ਆਈ। ਜਦੋਂ ਉਹਦਾ ਚੈਪਟਰ ਸਿਲੇਬਸ ਚੋਂ ਕੱਢਤਾ, ਆਵਾਜ਼ ਉੱਠੀ, ਬਹੁਤੇ ਨਹੀਂ ਬੋਲੇ, ਸਿਰਫ ਸਾਡੇ ਅੱਗੇ 2-4 ਕੁ ਸਟੇਜ ਤੋਂ ਬੋਲੇ ਸੀਗੇ ਵੀ ਇਹ ਕਰਤੂਤ ਅਸੀਂ ਜਾਣਦੇ ਆ। ਤੇ ਸਵਾਲ ਸਾਡਾ ਇਹ ਸੀ ਕਿ ਜੇ ਤਾਂ ਹੁਣ ਤੁਸੀਂ ਮੈਨੂੰ ਦੱਸੋ ਵੀ ਭਗਤ ਸਿੰਘ ਸਾਡੇ ਲਈ ਮਾੜਾ, ਸਾਡੀ ਕੌਮ ਲਈ, ਸਾਡੇ ਲੋਕਾਂ ਲਈ, ਸਾਡੇ ਭਾਰਤ ਲਈ ਮਾੜਾ ਵੀ ਨਹੀਂ ਨਾ ਮਾੜਾ, ਤੇ ਫਿਰ ਸਾਡੇ ਬੱਚਿਆਂ ਨੂੰ ਕਿਉਂ ਨਹੀਂ ਪੜ੍ਹਾਇਆ ਜਾਂਦਾ? ਉਹ ਜਿਨ੍ਹਾਂ ਲਈ ਮਾੜਾ ਹੈ, ਜਿਨ੍ਹਾਂ ਨੂੰ ਉਹਨੇ ਕੁੱਟਿਆ ਹੈ, ਜਿਨ੍ਹਾਂ ਦਾ ਇੱਥੇ ਜਿਉਣਾ ਹਰਾਮ ਕੀਤਾ ਹੈ, ਉਹ ਚਾਹੁੰਦੇ ਨੇ ਕਿ ਭਗਤ ਸਿੰਘ ਦੀ ਸੋਚ ਹਿੰਦੁਸਤਾਨ ਦੇ ਵਿੱਚ ਨਹੀਂ ਹੋਣੀ ਚਾਹੀਦੀ, ਉਹ ਸੋਚ ਇੱਥੇ ਨਹੀਂ ਹੋਣੀ ਚਾਹੀਦੀ। ਤੇ ਅਸੀਂ ਇਹਨਾਂ ਤੋਂ ਪੁੱਛਿਆ ਸੀ ਕਿ ਅਸੀਂ ਘੇਰਾਂਗੇ, ਜਵਾਬ ਲਵਾਂਗੇ ਕਿ ਭਗਤ ਸਿੰਘ ਦੀ ਸਮਾਧ ਤੇ ਅਗਰ ਤੁਸੀਂ ਸ਼ਰਧਾ ਦੇ ਫੁੱਲ ਭੇਟ ਕਰਨ ਆਉਣੇ ਹੋ ਤਾਂ ਕਾਹਦੇ ਲਈ ਆਏ ਹੋ? ਅਗਰ ਇਹ ਬੰਦਾ ਮਾੜਾ ਹੈ, ਇਹ ਬੱਚਿਆਂ ਦੇ ਪੜਾਉਣ ਦੇ ਕਾਬਿਲ ਨਹੀਂ, ਤਾਂ ਸ਼ਰਧਾ ਦੇ ਫੁੱਲ ਕਾਹਦੇ ਭੇਟ ਕਰਦੇ ਹੋ? ਤੇ ਜੇ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਕਾਬਿਲ ਹੈ ਤਾਂ ਫਿਰ ਸਾਡੇ ਜਵਾਕਾਂ ਨੂੰ ਕਿਉਂ ਨਹੀਂ ਪੜਾਇਆ ਜਾ ਰਿਹਾ? ਫਿਰ ਇਸੇ ਬਿਲਡਿੰਗ ਦੇ ਵਿੱਚੋਂ ਫਰਮਾਨ ਜਾਰੀ ਹੋਇਆ ਕਿ ਇਹਨਾਂ ਨੂੰ ਚੈਪਟਰ ਦੇ ਵਿੱਚ ਪਾਓ, ਇਹਦਾ ਚੈਪਟਰ ਵੀ ਪਾਓ। ਸੋ ਸਾਨੂੰ ਪਤਾ ਹੈ ਕਿ ਇੰਨੀ ਸੱਟ ਝੱਲਣ ਜੋਗਰੇ ਨਹੀਂ ਇਹ ਲੋਕ ਜਿਹੜੇ ਬੈਠੇ ਨੇ, ਪਰ ਇਹ ਵੀ ਗੱਲ ਹੈ ਆਪਾਂ ਇਸ ਲੜਾਈ ਦੇ ਵਿੱਚੋਂ ਉੱਥੋਂ ਤੱਕ ਪਹੁੰਚਣਾ ਹੈ ਕਿ ਅਸਲ ਜੜ ਕਿੱਥੇ ਹੈ। ਗੁਨਾਹਗਾਰ ਤੇ ਪਰਚਾ ਦਰਜ ਕਰਾਉਣਾ ਹੈ, ਜਿੰਨਾ ਚਿਰ ਪਰਚਾ, ਇਹ ਵਿਭਾਗੀ ਕਾਰਵਾਈਆਂ ਕੁਛ ਨਹੀਂ ਹੁੰਦੀਆਂ, ਵਿਭਾਗੀ ਕਾਰਵਾਈਆਂ ਦੀਆਂ ਗੱਲਾਂ ਆਉਣਗੀਆਂ। ਅਗਰ ਵਿਭਾਗੀ ਕਾਰਵਾਈ ਹੁੰਦੀ ਹੈ ਤਾਂ ਅਗਲਾ ਕਹਿੰਦਾ ਕੁਛ ਨਹੀਂ, ਇਹਦੇ ਤੇ ਕੁਛ ਨਿਬੜਨਾ ਨਹੀਂ। ਅਗਰ ਇਹ ਗੱਲ ਆ ਜਾਂਦੀ ਹੈ ਕਿ ਪਰਚਾ ਦਰਜ ਕਰਕੇ ਜੇਲ੍ਹ ਸਿੱਟੋ ਇਹਨੂੰ, ਤਾਂ ਫਿਰ ਉਗਲਦੇ ਨੇ ਕਿ ਮੈਂ ਤਾਂ ਲਿਖਿਆ ਨਹੀਂ, ਮੈਨੂੰ ਤਾਂ ਫਲਾਣੇ ਨੇ ਕਹਿ ਕੇ ਲਿਖਵਾਇਆ ਹੈ। ਫਿਰ ਚੱਲੇਗੀ ਗਾਂ ਨੂੰ ਗੱਲ ਕਿ ਕਿਹਨੇ ਲਿਖਵਾਇਆ, ਫਿਰ ਇਹ ਵਿਦੰਤੀ ਜੀ ਤੱਕ ਵੀ ਜਾਏਗੀ ਗੱਲ ਕਿ ਭਾਈ ਤੇਰੇ ਬੈਠਿਆ ਸਾਡੇ ਸ਼੍ਰੋਮਣੀ ਕਮੇਟੀ ਦੀ ਕਿਤਾਬ ਲਿਖੀ ਜਾਂਦੀ ਹੈ ਤੇ ਤੁਸੀਂ ਕਾਹਦੇ ਸਾਡੇ ਜਥੇਦਾਰ ਸੀ ਭਾਈ? ਓਏ ਅਸੀਂ ਤਾਂ ਤੁਹਾਨੂੰ ਗੁਰੂਆਂ ਦੇ ਬਰਾਬਰ ਮੰਨ ਲਿਆ ਕਿ ਜੋ ਸਾਨੂੰ ਹੁਕਮ ਦੇਤਾ ਇਹਨਾਂ ਨੇ ਅਸੀਂ ਸਿਰ ਮੱਥੇ ਮੰਨ ਲਿਆ, ਤੇ ਤੁਸੀਂ ਕੀ ਕੀਤਾ ਇੱਥੇ ਬੈਠਿਆਂ ਨੇ? ਇਹ ਕੌਮ ਸਵਾਲ ਕਰੇਗੀ। ਸੋ ਇਸ ਕਰਕੇ ਅੱਜ ਦੀ ਹਾਜ਼ਰੀ ਇੰਨੀ ਪ੍ਰਵਾਨ ਕਰ ਲਿਓ, ਕਦੇ ਅਗਲੀ ਵਾਰੀ ਫੇਰ ਇਕੱਠੇ ਹੋਏ ਤਾਂ ਹੋਰ ਬਹੁਤ ਸਾਰੀਆਂ ਵਿਚਾਰਾਂ ਕਰਾਂਗੇ। ਸੋ ਇੰਨੀ ਹਾਜ਼ਰੀ, ਜੇ ਕਿਸੇ ਨੂੰ ਮੇਰੀ ਗੱਲ ਕੋਈ ਕੌੜੀ ਲੱਗੀ ਹੋਵੇ ਤਾਂ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe to Crossover Media and press the bell icon to never miss a video again.